इस बारी इंज लगता है कि ਜਿਹੜੇ ਸਾਹਮਣੇ ਬੈਠੇ ਨੇ ਉਹਨਾਂ ਦੀ ਜੁੱਤੀ ਇੰਨੀ ਕਾਇਮ ਹੈ ਤੁਸੀਂ ਕਿਸੇ ਨੂੰ ਧੋਖਾ ਕਰਨ ਨਹੀਂ ਦੇਣਾ। ਹੁਣ ਕਿਸੇ ਦੀ ਹਿੰਮਤ ਨਹੀਂ ਹੈ ਕਿ ਤੁਹਾਡੇ ਸੰਘਰਸ਼ ਦੇ ਨਾਲ ਧੋਖਾ ਕਰਕੇ ਪੰਜਾਬ ਦੇ ਪਿੰਡਾਂ 'ਚ ਵੜ ਜਾਊਗਾ। ਸਿੱਖਾਂ ਦੇ ਆਗੂ ਕਿਵੇਂ ਦੇ ਹੁੰਦੇ ਸੀ? ਉਹ ਸਰਕਾਰਾਂ ਦੇ ਕੋਲ ਸਾਡੇ ਹਿੱਤ ਨਹੀਂ ਸੀ ਵੇਚਦੇ। ਮੇਰੇ ਵੀਰੋ ਲਾਈਨ 'ਚ ਲੱਗ ਜਾਓ, ਪਰ ਹੁਣ ਜੇ ਆਗੂ ਮੋਢਾ ਦੇਣ ਤੋਂ ਭੱਜੂ ਤਾਂ ਫੜ ਕੇ ਅੱਗੇ ਕਰਨਾ ਜੀ। ਆਤਿਸ਼ਬਾਰ ਨੇ ਪੁੱਛਿਆ, ਕਹਿੰਦਾ ਇੱਕ ਜਗ੍ਹਾ ਦੇ ਉੱਪਰ ਮੈਂ 20-25 ਗੋਲੇ ਦਾਗਾਂਗਾ, ਕਿਲੇ ਦੀ ਫਸੀਲ 'ਚ ਪਾੜ ਪੈ ਜਾਵੇਗਾ, ਅੰਦਰ ਕੌਣ ਜਾਵੇਗਾ? ਅਕਾਲੀ ਫੂਲਾ ਸਿੰਘ ਨੇ ਕਿਹਾ ਤੁਸੀਂ ਪਾੜ ਪਾ ਦਿਓ, ਪਹਿਲਾ ਜਥਾ ਅਕਾਲੀ ਸਿੰਘਾਂ ਦਾ ਅੰਦਰ ਜਾਵੇਗਾ। ਨਿਹੰਗ ਸਿੰਘੋ ਤਿਆਰੀ ਰੱਖਿਓ, ਸ਼ਾਇਦ ਫਸੀਲ 'ਚ ਪਾੜ ਹੁਣ ਵੀ ਪਾ ਦਿੱਤਾ ਜਾਵੇ, ਜਾਣਾ ਪੈਣਾ ਜੀ। ਅਸੀਂ ਸਾਰੇ ਹੀ ਸਰਕਾਰ ਦੇ ਵੱਲੋਂ ਬਣਾਏ ਗਏ ਕਾਲੇ ਕਾਨੂੰਨਾਂ ਦੇ ਵਿਰੋਧ ਦੇ ਵਿੱਚ ਸਰਕਾਰ ਤੱਕ ਆਪਣੀ ਆਵਾਜ਼ ਪਹੁੰਚਾਉਣ ਦੇ ਵਾਸਤੇ ਇੱਥੇ ਇਕੱਤਰ ਹੋਏ ਹੋ ਬੜੇ ਸ਼ਾਂਤਮਈ ਰੂਪ ਦੇ ਵਿੱਚ। ਤੇ ਆਓ ਸਭ ਤੋਂ ਪਹਿਲਾਂ ਗੁਰਦੇਵ ਪਾਤਸ਼ਾਹ ਦੀ ਬਖਸ਼ਿਸ਼ ਮੁਕੱਦਸ ਫਤਿਹ ਬੁਲੰਦ ਕਰੀਏ। ਕੋਈ ਵੀ ਰਸਨਾ ਵਾਂਝੀ ਨਾ ਰਹੇ। ਪਿਆਰ ਸਹਿਤ ਆਖਣਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਜਿਹੜੀ ਜੰਗ ਹੈ ਇਹ ਹੁਣ ਉਸ ਮੁਕਾਮ ਤੱਕ ਜਾਂ ਉਸ ਮਹਾਜ਼ ਦੇ ਉੱਪਰ ਪਹੁੰਚ ਚੁੱਕੀ ਹੈ ਜਿਸ ਦੀ ਮੇਰੇ ਖਿਆਲ ਦੇ ਨਾਲ ਨਾ ਸਰਕਾਰ ਨੂੰ ਆਸ ਸੀ ਤੇ ਨਾ ਸਾਡੀ ਲੀਡਰਸ਼ਿਪ ਨੂੰ ਆਸ ਸੀ। ਜਿਸ ਤਰ੍ਹਾਂ ਦਾ ਲੋਕਾਂ ਦੀ ਚੇਤਨਤਾ ਨੇ ਇਸ ਸਮੁੱਚੀ ਜੰਗ ਨੂੰ ਹੁਲਾਰਾ ਦਿੱਤਾ ਹੈ, ਜਿਸ ਤਰ੍ਹਾਂ ਤੁਸੀਂ ਜਾਬਤੇ ਦੇ ਵਿੱਚ ਰਹਿ ਕੇ ਸਟੇਟ ਨੂੰ ਇੱਕ ਤਰ੍ਹਾਂ ਦੇ ਨਾਲ ਸੋਚਣ ਵਾਸਤੇ ਮਜਬੂਰ ਕਰ ਦਿੱਤਾ ਹੈ, ਉਹਨਾਂ ਕਦੀ ਸੋਚਿਆ ਨਹੀਂ ਸੀ ਕਿ ਸਿਟੀਜ਼ਨ ਅਮੈਂਡਮੈਂਟ ਐਕਟ ਤੋਂ ਬਾਅਦ 300 ਧਾਰਾ 70 ਧਾਰਾ ਤੋੜਨ ਤੋਂ ਬਾਅਦ ਜਾਂ ਹੁਣ ਤੱਕ ਜਿੰਨੀਆਂ ਵੀ ਨੋਟਬੰਦੀ ਤੋਂ ਲੈ ਕੇ ਮਨਮਰਜ਼ੀਆਂ ਕੀਤੀਆਂ ਗਈਆਂ ਨੇ, ਕਿਸੇ ਨੇ ਉਹਨਾਂ ਦੇ ਅੱਗੇ ਅੱਖ ਚੁੱਕਣ ਦੀ ਕੋਸ਼ਿਸ਼ ਨਹੀਂ ਸੀ ਕੀਤੀ। ਪਰ ਜਿਹੜੇ ਕਿਸਾਨ ਵਿਰੋਧੀ ਬਿੱਲ ਨੇ ਉਹਨਾਂ ਤੋਂ ਬਾਅਦ ਇਹ ਜਿਹੜੀ ਸਮੂਹਿਕ ਚੇਤਨਤਾ ਦਾ ਵਹਾਅ ਹੈ, ਮੈਨੂੰ ਕਈ ਵਾਰੀ ਇੰਜ ਲੱਗਦਾ ਹੈ ਕਿ ਕਿਸਾਨ ਯੂਨੀਅਨਾਂ ਜਾਂ ਸਾਡੀਆਂ ਜਥੇਬੰਦੀਆਂ ਦੇ ਝੰਡੇ ਉਹਨਾਂ ਮਿਸਲਾਂ ਵਰਗੇ ਨੇ ਜਿਹੜੇ ਖਾਲਸਾਈ ਨਿਸ਼ਾਨ ਸਾਹਿਬ ਦੇ ਅਧੀਨ ਜਿਹੜੇ ਨੇ ਆਪਣੀ ਉਹ ਹੱਕਾਂ ਦੀ ਜੰਗ ਜਿਹੜੀ ਲੜ ਰਹੇ ਨੇ, ਜਿੱਥੇ ਪੰਥਕ ਜਥੇਬੰਦੀਆਂ ਤੋਂ ਲੈ ਕੇ ਹਰ ਜਥੇਬੰਦੀ ਦਾ ਜਿਹੜਾ ਯੋਗਦਾਨ ਹੈ ਉਸ ਨੂੰ ਘੱਟ ਕੇ ਕਰਕੇ ਨਹੀਂ ਗਿਣਿਆ ਜਾ ਸਕਦਾ, ਕਿਉਂਕਿ ਇੱਥੇ ਕਿਸੇ ਇੱਕ ਜਥੇਬੰਦੀ ਦਾ ਕੇਡਰ ਨਹੀਂ ਹੈ। ਇਹ ਪੰਜਾਬ ਤੇ ਹਰਿਆਣਾ ਤੇ ਲੋਕਾਂ ਦੀ ਉਹ ਮਾਨਸਿਕਤਾ ਹੈ ਜਿਹੜੀ ਸੱਚਮੁੱਚ ਇਸ ਸਟੇਟ ਵੱਲੋਂ ਪਾਸ ਕੀਤੇ ਗਏ ਉਹਨਾਂ ਕਾਨੂੰਨਾਂ ਦੇ ਖਿਲਾਫ ਅੰਤ ਤੱਕ ਲੜਨ ਦੇ ਵਾਸਤੇ ਆਈ ਹੋਈ ਹੈ। ਤੇ ਸੱਚ ਜਾਣਿਓ, ਤੁਹਾਡੀ ਇਹ ਜਿਹੜੀ ਚੇਤਨਤਾ, ਇਹਦਾ ਪੱਧਰ ਇੰਨਾ ਉਚੇਰਾ ਹੈ ਕਿ ਹੁਣ ਕੋਈ ਲੀਡਰ ਤੁਹਾਡੇ ਨਾਲ ਵਿਸਾਘਾਤ ਨਹੀਂ ਕਰ ਸਕਦਾ। ਤੁਹਾਡੇ ਹਿੱਤਾਂ ਨੂੰ ਜਾ ਕੇ ਹੁਣ ਕੋਈ ਮੇਜ਼ ਦੇ ਉੱਪਰ ਵੇਚ ਨਹੀਂ ਸਕਦਾ, ਕੋਸ਼ਿਸ਼ਾਂ ਕੋਈ ਲੱਖ ਕਰੇ। ਕੋਈ ਕਰੇ ਗੱਲਾਂ ਸੰਘਰਸ਼ ਨੂੰ ਵੰਡਣ ਦੀਆਂ, ਕੋਈ ਕਰੇ ਜਥੇਬੰਦੀ ਦੇ ਖਿਲਾਫ ਗੱਲਾਂ, ਪਰ ਮੈਨੂੰ ਲੱਗਦਾ ਹੈ ਕਿ ਜਿਹੜੀ ਤੁਹਾਡੇ 'ਚ ਚੇਤਨਤਾ ਨੇ ਜਨਮ ਲੈ ਲਿਆ। ਸੱਚ ਜਾਣਿਓ, ਮੈਂ ਆਪ ਸਟੇਜ ਵਾਲਿਓ ਪਾਸਿਓ ਕਿਸੇ ਵੇਲੇ ਸਰਦਾਰ ਕਪੂਰ ਸਿੰਘ ਕਿਹਾ ਕਰਦੇ ਸੀ, ਇਹਨਾਂ ਲੋਕਾਂ ਨੇ ਕਦੀ ਧੋਖਾ ਨਹੀਂ ਕੀਤਾ ਤੇ ਸਟੇਜ ਤੇ ਬਹਿਣ ਵਾਲਿਆਂ ਨੇ ਕਦੀ ਵਫਾ ਨਹੀਂ ਕੀਤੀ। ਇਸ ਵਾਰੀ ਇੰਜ ਲੱਗਦਾ ਹੈ ਕਿ ਜਿਹੜੇ ਸਾਹਮਣੇ ਬੈਠੇ ਨੇ ਉਹਨਾਂ ਦੀ ਜੁੱਤੀ ਇੰਨੀ ਕਾਇਮ ਹੈ, ਤੁਸੀਂ ਕਿਸੇ ਨੂੰ ਧੋਖਾ ਕਰਨ ਨਹੀਂ ਦੇਣਾ। ਹੁਣ ਕਿਸੇ ਦੀ ਹਿੰਮਤ ਨਹੀਂ ਹੈ ਕਿ ਤੁਹਾਡੇ ਸੰਘਰਸ਼ ਦੇ ਨਾਲ ਧੋਖਾ ਕਰਕੇ ਪੰਜਾਬ ਦੇ ਪਿੰਡਾਂ 'ਚ ਵੜ ਜਾਊਗਾ। ਇਹ ਕੁਝ ਨਹੀਂ ਜੇ ਚੱਲਣ ਦੇਣਾ। ਹੁਣ ਤੁਸੀਂ ਮਤ ਸਮਝਿਓ ਤੁਹਾਡੇ ਕੋਈ ਹਿੱਤਾਂ ਨੂੰ ਵੇਚ ਸਕਦਾ ਹੈ। ਹੁਣ ਤਾਕਤ ਤੁਹਾਡੇ ਹੱਥਾਂ 'ਚ ਹੈ। ਕਦੀ ਲੀਡਰਾਂ ਦੀਆਂ ਕਠਪੁਤਲੀਆਂ ਤੁਸੀਂ ਸੀ, ਅੱਜ ਲੀਡਰ ਤੁਹਾਡੀਆਂ ਕਠਪੁਤਲੀਆਂ ਨੇ। ਮਾਣ ਹੈ ਤੁਹਾਡੇ ਉੱਪਰ। ਪਰ ਤੁਹਾਡੇ ਸਬਰ ਤੇ ਸਾਡੀ ਕੁਰਬਾਨੀ ਤੇ ਸਾਡੀਆਂ ਸ਼ਹਾਦਤਾਂ ਦੇ ਜਜ਼ਬਾਤ, ਵੀਰ ਜੀ ਨੇ ਥੱਲਿਓਂ ਕਹਿ ਦਿੱਤਾ ਸੀ ਕਿ ਇੱਕ ਇਸਲਾਮ ਦਾ ਇਤਿਹਾਸਕਾਰ ਹੋਇਆ ਸੈਯਦ ਮੁਹੰਮਦ ਜ਼ਲਾਨੀ, ਉਹਨੇ ਆਪਣੀ ਫਾਰਸੀ ਦੀ ਰਚਨਾ ਜ਼ੰਗਨਾਮਾ ਮੁਲਤਾਨ ਦੇ ਵਿੱਚ ਇੱਕ ਛੋਟੀ ਜੀ ਘਟਨਾ ਸਾਂਝੀ ਕੀਤੀ ਹੈ। ਉਹ ਤੁਹਾਡੇ ਨਾਲ ਜ਼ਰੂਰ ਸਾਂਝੀ ਕਰ ਦੇਣੀ ਹੈ, 2 ਮਿੰਟ ਦੀ ਆ। ਵਕਤ ਮੈਂ ਹਮੇਸ਼ਾ ਖਿਆਲ ਰੱਖਦਾ ਹੁੰਦਾ। ਮੈਂ ਕਹਿੰਦਾ ਬੁਲਾਰਾ ਉਹ ਬੁਲਾਰਾ ਹੈ ਜਿਹੜਾ ਬਾਕੀ ਬੁਲਾਰਿਆਂ ਦਾ ਵਕਤ ਬਰਬਾਦ ਨਹੀਂ ਕਰਦਾ। ਇਸ ਕਰਕੇ ਅਸੀਂ ਸਾਰਿਆਂ ਦੇ ਵਕਤ ਦਾ ਖਿਆਲ ਰੱਖਣਾ। ਮੈਂ ਗਿਣ ਕੇ 2 ਮਿੰਟਾਂ 'ਚ ਉਸ ਘਟਨਾ ਨੂੰ ਸਮਾਪਤ ਕਰ ਦੂੰਗਾ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਮੁਲਤਾਨ ਦੇ ਉੱਪਰ ਜਿਸ ਵੇਲੇ ਚੌਥਾ ਹਮਲਾ ਕੀਤਾ ਹੈ, 3 ਵਾਰੀ ਤੇ ਮੁਜ਼ੱਫਰ ਖਾਨ ਨੇ ਈਨ ਮੰਨ ਲਈ, ਚੌਥੀ ਵਾਰੀ ਉਸਨੇ ਕਿਲੇ ਦੀ ਫਸੀਲ ਦੇ ਉੱਪਰ 49 ਤੋਪਾਂ ਜਿਹੜੀਆਂ ਸੀ ਉਹ ਬੀੜ ਲਈਆਂ। ਕਾਫੀ ਸਿੱਖ ਜਿਹੜੇ ਸੀ ਲਗਾਤਾਰ 4.5 ਮਹੀਨੇ ਦੇ ਘੇਰੇ ਦੇ ਵਿੱਚ ਸਿੱਖਾਂ ਦੀਆਂ ਸ਼ਹਾਦਤਾਂ ਹੋਈਆਂ। ਸਰਦਾਰ ਨਿਧਾਨ ਸਿੰਘ ਜ਼ਖਮੀ ਹੋ ਗਏ, ਸਰਦਾਰ ਨਿਹਾਲ ਸਿੰਘ ਜ਼ਖਮੀ ਹੋਏ, ਇੱਥੋਂ ਤੱਕ ਕਿ ਇੱਕ ਫਾਇਰ ਪੌਟ, ਇੱਕ ਅਗਨ ਹਾਂਡੀ ਡਿੱਗਣ ਦੇ ਨਾਲ ਸਰਦਾਰ ਹਰੀ ਸਿੰਘ ਨਲੂਆ ਸੀ, ਉਹ ਵੀ ਜ਼ਖਮੀ ਹੋਏ ਪਏ ਸੀ।
ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਅੰਮ੍ਰਿਤਸਰ ਤੋਂ ਲਾਹੌਰ ਤੋਂ ਇਧਰਲੇ ਪਾਸੇ ਤੋਂ ਹੁੰਦਾ ਹੋਇਆ ਜਦੋਂ ਮੁਲਤਾਨ ਜਾ ਰਿਹਾ ਹੈ ਤੇ ਉਸ ਵੇਲੇ ਇਹਨਾਂ ਦੇ ਨਾਲ ਭੰਗੀ ਮਿਸਲ ਦੇ ਨਾਲ ਉਹ ਸਰਦਾਰ ਨੇ ਜਿਨ੍ਹਾਂ ਦੇ ਕੋਲ ਭੰਗੀਆਂ ਵਾਲੀ ਤੋਪ ਹੈ, ਇਹ ਉਹ ਤੋਪ ਸੀ ਜਿਹੜੀ ਅਹਿਮਦ ਸ਼ਾਹ ਅਬਦਾਲੀ ਨੇ ਨਜ਼ੀਰ ਖਾਨ ਨਾਮ ਦੇ ਮਿਸਤਰੀ ਦੇ ਕੋਲੋਂ ਲਾਹੌਰ ਦੇ ਕੋਲੋਂ ਤਿਆਰ ਕਰਵਾਈ ਸੀ ਤੇ ਜਿਸ ਦਾ ਨਾਮ ਜ਼ਮਜ਼ਮਾ ਰੱਖਿਆ ਗਿਆ ਸੀ। ਪਹਿਲਾਂ ਇਸ ਦਾ ਨਾਮ ਪੀਕਰੇ ਅਸਦਾ ਇਹ ਆਤਿਸ਼ਬਾਰ ਸੀ, ਉਸ ਤੋਂ ਬਾਅਦ ਇਸ ਦਾ ਨਾਮ ਜ਼ਮਜ਼ਮਾ ਰੱਖਿਆ ਗਿਆ। ਉਹ ਤੋਪ ਭੰਗੀ ਸਰਦਾਰਾਂ ਨੇ ਖੋਹੀ ਸੀ। ਉਹਦੇ ਨਾਲ ਦੀਆਂ ਹੋਰ ਕਈ ਤੋਪਾਂ ਜਿਨ੍ਹਾਂ ਦੇ ਵਿੱਚ ਜੰਗੇ ਬਿਜਲੀ, ਸੂਰਜਮੁਖੀ, ਫਤਿਹ ਜੰਗ, ਜੰਗ ਬਹਾਦਰ, ਇਹ 17-18 ਤੋਪਾਂ ਹੋਰ ਵੀ ਸੀ ਜਿਹੜੀਆਂ ਜਿਨ੍ਹਾਂ ਦੇ ਵਿੱਚੋਂ ਇੱਕ ਤੋਪ ਕੰਵਰ ਨਿਹਾਲ ਸਿੰਘ ਨੇ ਵੀ ਬਣਾਈ ਹੋਈ ਸੀ। ਖੈਰ ਜਦੋਂ ਇਹ ਤੋਪਾਂ ਪਹੁੰਚੀਆਂ ਤੇ ਸਿੱਖ ਫੌਜ ਨੂੰ ਹੌਸਲਾ ਹੋ ਗਿਆ ਕਿ ਹੁਣ ਜਿਹੜਾ ਕਿਲੇ ਦੀ ਫਸੀਲ ਜਿਹੜੀ ਉਹ ਤੋੜ ਦੇਵਾਂਗੇ। ਜਿਹੜਾ ਤੋਪ ਦਾ ਆਤਿਸ਼ਬਾਰ ਤੇ ਸਿੱਖ ਸੀਗਾ ਸਰਦਾਰ ਸਾਧੂ ਸਿੰਘ ਸੀ, ਮੀਤ ਜਥੇਦਾਰ ਸੀ ਭੰਗੀ ਮਿਸਲ ਦਾ। ਤੋਪਾਂ ਚੱਲੀਆਂ, ਇੱਕ ਵਾਰੀ ਤੋਪ ਚੱਲੀ, ਦੂਜੀ ਵਾਰੀ ਚੱਲੀ, ਤੀਜੀ ਵਾਰੀ ਚੱਲੀ। ਫਤਿਹ ਦੇ ਜਗਾਰਿਆਂ ਦੇ ਨਾਲ ਅਸਮਾਨ ਗੂੰਜ ਉੱਠਿਆ ਕਿ ਹੁਣ ਅਸੀਂ ਕਿਲੇ ਦੀ ਫਸੀਲ ਦੇ ਵਿੱਚ ਪਾੜ ਪਾ ਕੇ ਅੰਦਰ ਜਾਵਾਂਗੇ। ਆਤਿਸ਼ਬਾਰ ਨੇ ਪੁੱਛਿਆ, ਕਹਿੰਦਾ ਇੱਕ ਜਗ੍ਹਾ ਦੇ ਉੱਪਰ ਮੈਂ 20-25 ਗੋਲੇ ਦਾਗਾਂਗਾ, ਕਿਲੇ ਦੀ ਫਸੀਲ 'ਚ ਪਾੜ ਪੈ ਜਾਵੇਗਾ, ਅੰਦਰ ਕੌਣ ਜਾਵੇਗਾ? ਅਕਾਲੀ ਫੂਲਾ ਸਿੰਘ ਨੇ ਕਿਹਾ ਤੁਸੀਂ ਪਾੜ ਪਾ ਦਿਓ, ਪਹਿਲਾ ਜਥਾ ਅਕਾਲੀ ਸਿੰਘਾਂ ਦਾ ਅੰਦਰ ਜਾਵੇਗਾ। ਨਿਹੰਗ ਸਿੰਘੋ ਤਿਆਰੀ ਰੱਖਿਓ, ਸ਼ਾਇਦ ਫਸੀਲ 'ਚ ਪਾੜ ਹੁਣ ਵੀ ਪਾ ਦਿੱਤਾ ਜਾਵੇ, ਜਾਣਾ ਪੈਣਾ ਜੀ। ਖੈਰ ਅਗਲੀ ਗੱਲ ਜੀ, ਫਸੀਲ ਦੇ ਵਿੱਚ ਪਾੜ ਪਾਉਣ ਦੀ ਆਸ ਦੇ ਵਿੱਚ ਸਿੰਘ ਬੈਠੇ ਨੇ ਤੇ ਉਸ ਵੇਲੇ ਤੋਪ ਚੱਲਣੀ ਬੰਦ ਹੋ ਗਈ, ਇੱਕਦਮ ਸ਼ਾਂਤੀ ਵਰਤ ਗਈ। ਇਹ ਜਿਹੜਾ ਹੁਣ ਮੁਸਲਮਾਨ ਲਿਖਾਰੀ ਲਿਖਦਾ ਹੈ, ਇਹ ਸਿੱਖਾਂ ਦੇ ਭੇਸ ਦੇ ਵਿੱਚ ਮੁਜ਼ੱਫਰ ਖਾਨ ਦਾ ਸੁਹੀਆਸੀ ਜੀ ਦੀ ਕਿਤਾਬ ਹੈ ਜੰਮਨਾਮਾ ਮੁਲਤਾਨ। ਇਹ ਕਹਿੰਦਾ ਮੈਂ ਬੜਾ ਹੈਰਾਨ ਹੋਇਆ ਕਿ ਸਿੱਖਾਂ 'ਚ ਪਹਿਲਾਂ ਬੜਾ ਜੋਸ਼ ਸੀ, ਇੱਕਦਮ ਚੁੱਪ ਕਰ ਗਏ ਨੇ। ਕਹਿੰਦਾ ਫਿਰ ਇਹਨਾਂ 'ਚ ਹਫੜਾ ਤਫੜੀ ਸ਼ੁਰੂ ਹੋ ਗਈ ਤੇ ਕਹਿੰਦਾ ਮੈਂ ਉਸ ਪਾਸੇ ਗਿਆ ਜਿੱਥੋਂ ਇਹਨਾਂ ਦੀ ਤੋਪ ਚੱਲ ਰਹੀ ਸੀ। ਕਹਿੰਦਾ ਮੈਂ ਇੱਕ ਸਿੱਖ ਨੂੰ ਪੁੱਛਿਆ, ਸਿੱਖਾ ਕੀ ਗੱਲ ਹੋਈ ਹੈ, ਹਫੜਾ ਦਫੜੀ ਕਿਉਂ ਮਚ ਗਈ ਹੈ? ਕਹਿੰਦਾ ਜੀ ਜਿਹੜੀ ਤੋਪ ਦੇ ਉੱਪਰ ਸਾਨੂੰ ਬੜੀ ਆਸ ਸੀ ਕਿ ਇਸ ਤੋਪ ਦੇ ਨਾਲ ਅਸੀਂ ਕਿਲੇ 'ਚ ਪਾੜ ਪਾ ਕੇ ਮੁਲਤਾਨ ਦੇ ਕਿਲੇ ਨੂੰ ਫਤਿਹ ਕਰਨਾ, ਤੋਪ ਦਾ ਪਹੀਆ ਟੁੱਟ ਗਿਆ, ਇਨਬੈਲੈਂਸ ਹੋ ਗਈ ਆ, ਉਹ ਤੋਪ ਜਿਹੜੀ ਹੁਣ ਚੱਲ ਨਹੀਂ ਸਕਦੀ। ਤੇ ਕਹਿੰਦਾ ਫਿਰ ਹੁਣ ਕੀ ਕਰਨਾ ਹੈ? ਕਹਿੰਦਾ ਸਾਡਾ ਆਤਿਸ਼ਬਾਰ ਤੋਪਚੀ ਸਿੱਖ ਕਹਿੰਦਾ ਕਿ ਇੱਕ ਸਿੱਖ ਮੋਢਾ ਦਵੇ ਤੇ ਇੱਕ ਗੋਲਾ ਚੱਲੇਗਾ, ਪਰ ਜਦੋਂ ਗੋਲਾ ਚੱਲੇਗਾ ਉਹਦੀ ਤੋਪ ਦੀ ਰੀਕਾਲਿੰਗ ਦੇ ਨਾਲ 25 ਪਾਉਂਡ ਬਰੂਦ ਹੈ, ਉਹਦੀ ਰੀਕਾਲਿੰਗ ਦੇ ਨਾਲ ਜਿਹੜਾ ਮੋਢਾ ਰੱਖੇਗਾ ਉਹ ਟੁਕੜੇ ਟੁਕੜੇ ਹੋ ਕੇ ਰੂੰ ਦੇ ਤੁੰਬਿਆਂ ਵਾਂਗ ਉੱਡ ਜਾਵੇਗਾ। ਕਹਿੰਦਾ ਮੈਂ ਮਨ ਦੇ ਵਿੱਚ ਹੱਸਿਆ। ਸ਼ਹਾਦਤਾਂ ਤੇ ਮੌਤ ਦੀ ਗੱਲ ਕਰਨੀ ਬੜੀ ਸੌਖੀ ਹੁੰਦੀ ਹੈ, ਸ਼ਹਾਦਤ ਦੀ ਗੱਲ ਕਰਨੀ ਬੜੀ ਸੌਖੀ ਹੁੰਦੀ ਹੈ, ਪਰ ਸ਼ਹੀਦ ਹੋਣਾ ਬੜਾ ਔਖਾ ਹੁੰਦਾ। ਸਟੇਜ ਵਾਲਿਓ ਖਿਆਲ ਰੱਖਿਓ, ਸਟੇਜ ਦੇ ਉੱਪਰੋਂ ਸ਼ਹਾਦਤ ਦੀ ਗੱਲ ਕਰਨੀ ਬੜੀ ਸੌਖੀ ਹੁੰਦੀ ਹੈ, ਪਰ ਕੌਮ ਦੀ ਚੇਤਨਤਾ ਨੂੰ ਨਾਲ ਲੈ ਕੇ ਸ਼ਹੀਦ ਹੋਣ ਵਾਸਤੇ ਹਿੱਕ 'ਚ ਗੋਲੀਆਂ ਖਾਣੀਆਂ ਬੜੀਆਂ ਔਖੀਆਂ ਹੁੰਦੀਆਂ ਜੀ। ਸੋ ਉਸ ਵੇਲੇ ਫਿਰ ਉਹ ਤੁਰਿਆ ਜਾ ਰਿਹਾ ਤੇ ਕਹਿੰਦਾ ਮੈਂ ਸੋਚਿਆ ਹਫੜਾ ਦਫੜੀ ਇਸ ਕਰਕੇ ਮੱਚੀ ਆ ਵੀ ਹੁਣ ਮੋਢਾ ਦੇਣ ਨੂੰ ਤਿਆਰ ਨਹੀਂ ਕੋਈ ਹੁੰਦਾ ਹੋਣਾ, ਪਰ ਕਹਿੰਦਾ ਜਦੋਂ ਮੈਂ ਲਾਗੇ ਜਾ ਕੇ ਵੇਖਿਆ ਨਜ਼ਾਰਾ ਹੀ ਹੋਰ ਸੀ। ਹਰ ਸਿੱਖ ਇੱਕ ਦੂਜੇ ਨੂੰ ਫੜ ਕੇ ਪਿੱਛੇ ਧੱਕ ਰਿਹਾ ਸੀ, ਪਹਿਲਾ ਮੋਢਾ ਮੈਂ ਦੇਣਾ, ਦੂਜਾ ਕਹਿ ਰਿਹਾ ਸੀ ਪਹਿਲਾ ਮੋਢਾ ਮੈਂ ਦੇਣਾ। ਹੁਣ ਅੱਗੇ ਆ ਕੇ ਵੇਖਿਓ ਸਿੱਖਾਂ ਦੀ ਲੀਡਰਸ਼ਿਪ, ਸਿੱਖਾਂ ਦੇ ਆਗੂ ਕਿਵੇਂ ਦੇ ਹੁੰਦੇ ਸੀ। ਉਹ ਸਰਕਾਰਾਂ ਦੇ ਕੋਲ ਸਾਡੇ ਹਿੱਤ ਨਹੀਂ ਸੀ ਵੇਚਦੇ, ਉਹ ਮੌਤ ਤੋਂ ਡਰਦੇ ਨਹੀਂ ਸੀ। ਆਗੂ ਕਿਵੇਂ ਦੇ ਸੀ? ਸਾਰਾ ਰੌਲਾ ਪੈ ਰਿਹਾ ਮੋਢਾ ਮੈਂ ਦੇਣਾ, ਮੋਢਾ ਮੈਂ ਦੇਣਾ। ਸਾਧੂ ਸਿੰਘ ਨੇ ਹੱਥ ਖੜਾ ਕੀਤਾ, ਉਹ ਕਹਿੰਦਾ ਤੁਹਾਡਾ ਜਥੇਦਾਰ ਕੌਣ ਹੈ? ਕਹਿੰਦਾ ਤੁਸੀਂ। ਕਹਿੰਦਾ ਪਿੱਛੇ ਆ ਜਾਓ, ਫਿਰ ਪਹਿਲਾ ਮੋਢਾ ਮੈਂ ਦੇਣਾ। ਮੇਰੇ ਵੀਰੋ ਲਾਈਨ 'ਚ ਲੱਗ ਜਾਓ, ਪਰ ਹੁਣ ਜੇ ਆਗੂ ਮੋਢਾ ਦੇਣ ਤੋਂ ਭੱਜੂ ਤਾਂ ਫੜ ਕੇ ਅੱਗੇ ਕਰਨਾ ਜੀ। ਸੋ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਤੇ ਫਤਿਹ ਦੀ ਸਾਂਝ ਤੇ ਪਿਆਰ ਸਹਿਤ ਆਖਿਓ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।